This video will present topics of murder, violence, and death. It is thus unsuitable for all audience. Viewer discretion is advised. ਸੇਂਟ ਪੈਟਰਿਕ ਆਇਰਲੈਂਡ ਦੇ ਸਰਪ੍ਰਸਤ ਸੰਤ ਈਸਾਈ ਇਤਿਹਾਸ ਵਿੱਚ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਹੈ। ਹਾਲਾਂਕਿ ਉਸ ਦੇ ਜੀਵਨ ਦੇ ਕੁਝ ਵੇਰਵਿਆਂ ਵਿੱਚ ਦੰਤਕਥਾ ਅਤੇ ਮਿਥਿਹਾਸ ਸ਼ਾਮਲ ਹਨ। ਉਸ ਦੀ ਜੀਵਨੀ ਬਾਰੇ ਕਈ ਆਮ ਤੌਰ ਤੇ ਸਵੀਕਾਰ ਕੀਤੇ ਗਏ ਤੱਥ ਹਨ। ਸ਼ੁਰੂਆਤੀ ਜੀਵਨ ਪੈਟਰਿਕ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਸੀ, ਸੰਭਾਵਤ ਤੌਰ ਤੇ 4ਵੀਂ ਸਦੀ ਦੇ ਅਖੀਰ ਵਿੱਚ ਜਾਂ 5ਵੀਂ ਸਦੀ ਦੇ ਸ਼ੁਰੂ ਵਿੱਚ। ਉਹ ਰੋਮਨ ਨਾਗਰਿਕਤਾ ਵਾਲੇ ਇੱਕ ਅਮੀਰ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਉਸ ਦਾ ਪਿਤਾ ਇੱਕ ਡੇਕਨ ਸੀ। 16 ਸਾਲ ਦੀ ਉਮਰ ਵਿੱਚ ਪੈਟਰਿਕ ਨੂੰ ਆਇਰਿਸ਼ ਰੇਡਰਾਂ ਨੇ ਫੜ ਲਿਆ ਅਤੇ ਇੱਕ ਗੁਲਾਮ ਦੇ ਰੂਪ ਵਿੱਚ ਆਇਰਲੈਂਡ ਲਿਜਾਇਆ ਗਿਆ। ਉਸ ਨੇ 6 ਸਾਲ ਗੁਲਾਮੀ ਵਿੱਚ ਬਿਤਾਏ, ਜਿਸ ਦੌਰਾਨ ਉਸ ਨੇ ਇੱਕ ਚਰਵਾਹੇ ਵਜੋਂ ਕੰਮ ਕੀਤਾ। ਪਰਿਵਰਤਨ ਅਤੇ ਬਚਣਾ। ਗੁਲਾਮੀ ਵਿੱਚ ਆਪਣੇ ਸਮੇਂ ਦੌਰਾਨ ਪੈਟਰਿਕ ਨੇ ਤਸੱਲੀ ਅਤੇ ਤਾਕਤ ਲਈ ਆਪਣੇ ਵਿਸ਼ਵਾਸ ਵੱਲ ਮੁੜਿਆ। ਉਸ ਨੇ ਦਾਅਵਾ ਕੀਤਾ ਕਿ ਉਸਨੇ ਇੱਕ ਧਾਰਮਿਕ ਜਾਗ੍ਰਿਤੀ ਦਾ ਅਨੁਭਵ ਕੀਤਾ ਹੈ, ਉਸ ਨੂੰ ਬਚਣ ਲਈ ਪਰਮਾਤਮਾ ਦੀ ਆਵਾਜ਼ ਸੁਣ ਕੇ। ਇੱਕ ਖਤਰਨਾਕ ਸਫ਼ਰ ਤੋਂ ਬਾਅਦ ਪੈਟਰਿਕ ਆਪਣੇ ਅਗਵਾਕਾਰਾਂ ਤੋਂ ਬਚ ਕੇ ਬਰਤਾਨੀਆ ਵਾਪਸ ਆ ਗਿਆ। ਸਿੱਖਿਆ ਅਤੇ ਪੁਜਾਰੀ ਦਾ ਦਰਜਾ। ਬਰਤਾਨੀਆ ਵਾਪਸ ਆਉਣ ਤੋਂ ਬਾਅਦ ਪੈਟਰਿਕ ਨੇ ਧਾਰਮਿਕ ਅਧਿਐਨ ਕੀਤਾ ਅਤੇ ਪਾਦਰੀ ਬਣ ਗਿਆ। ਹੋ ਸਕਦਾ ਹੈ ਕਿ ਉਸਨੇ ਇੱਕ ਮਿਸ਼ਨਰੀ ਵਜੋਂ ਆਇਰਲੈਂਡ ਵਾਪਸ ਆਉਣ ਤੋਂ ਪਹਿਲਾਂ ਗੌਲ, ਅਜੋਕੇ ਫਰਾਂਸ ਵਿੱਚ ਮਠਾਂ ਵਿੱਚ ਪੜ੍ਹਾਈ ਕੀਤੀ ਹੋਵੇ। ਆਇਰਲੈਂਡ ਲਈ ਮਿਸ਼ਨ। ਆਪਣੀ ਪਿਛਲੀ ਗੁਲਾਮੀ ਤੋਂ ਪੈਦਾ ਹੋਏ ਖਤਰਿਆਂ ਦੇ ਬਾਵਜੂਦ ਪੈਟਰਿਕ ਨੂੰ ਇੱਕ ਮਿਸ਼ਨਰੀ ਵਜੋਂ ਆਇਰਲੈਂਡ ਵਾਪਸ ਜਾਣ ਲਈ ਬੁਲਾਇਆ ਗਿਆ। ਉਹ 432 ਈਸਵੀ ਦੇ ਆਸ-ਪਾਸ ਆਇਰਲੈਂਡ ਪਹੁੰਚਿਆ ਅਤੇ ਮੂਰਤੀਵਾਦੀ ਆਇਰਿਸ਼ ਕਬੀਲਿਆਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਪੈਟਰਿਕ ਦੇ ਮਿਸ਼ਨਰੀ ਯਤਨ ਕਮਾਲ ਦੇ ਸਫਲ ਰਹੇ ਅਤੇ ਉਸ ਨੂੰ ਹਜ਼ਾਰਾਂ ਲੋਕਾਂ ਨੂੰ ਈਸਾਈ ਧਰਮ ਵਿੱਚ ਬਦਲਣ ਦਾ ਸਿਰਾ ਦਿੱਤਾ ਜਾਂਦਾ ਹੈ। ਉਸ ਨੇ ਈਸਾਈ ਸੰਕਲਪਾਂ ਦੀ ਵਿਆਖਿਆ ਕਰਨ ਲਈ ਸੇਲਟਿਕ ਮੂਰਤੀਵਾਦ ਤੋਂ ਜਾਣੇ ਪਛਾਣੇ ਚਿੰਨ੍ਹ ਅਤੇ ਰੀਤੀ ਰਿਵਾਜਾਂ ਦੀ ਵਰਤੋਂ ਕੀਤੀ, ਜਿਵੇਂ ਕਿ ਤ੍ਰੇਕ ਨੂੰ ਦਰਸਾਉਣ ਲਈ 3 ਪੱਤਿਆਂ ਵਾਲੇ ਕਲੋਵਰ ਦੀ ਵਰਤੋਂ ਕਰਨਾ। ਚਰਚਾਂ ਅਤੇ ਮਠਾਂ ਦੀ ਸਥਾਪਨਾ। ਪੈਟਰਿਕ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਪੂਰੇ ਆਇਰਲੈਂਡ ਵਿੱਚ ਚਰਚ ਅਤੇ ਮਠ ਸਥਾਪਿਤ ਕੀਤੇ ਹਨ, ਜਿਸ ਵਿੱਚ ਉਸ ਦੀ ਸਭ ਤੋਂ ਮਸ਼ਹੂਰ ਫਾਊਂਡੇਸ਼ਨ ਆਰਮਾਗਵੀ ਸ਼ਾਮਲ ਹੈ। ਉਸ ਨੇ ਵੱਧ ਰਹੇ ਈਸਾਈ ਭਾਈਚਾਰੇ ਦੀ ਨਿਗਰਾਨੀ ਕਰਨ ਲਈ ਬਿਸ਼ਪ ਅਤੇ ਪਾਦਰੀ ਨਿਯੁਕਤ ਕੀਤੇ। ਚਮਤਕਾਰ ਅਤੇ ਦੰਤ-ਕਥਾਵਾਂ। ਬਹੁਤ ਸਾਰੇ ਚਮਤਕਾਰ ਅਤੇ ਕਥਾਵਾਂ ਸੇਂਟ ਪੈਟਰਿਕ ਨੂੰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਸੱਪਾਂ ਨੂੰ ਆਇਰਲੈਂਡ ਤੋਂ ਬਾਹਰ ਕੱਢਣਾ, ਤ੍ਰੇਕ ਦੀ ਵਿਆਖਿਆ ਕਰਨ ਲਈ ਸ਼ੈਮਰੋਕ ਦੀ ਵਰਤੋਂ ਕਰਨਾ ਅਤੇ ਲੋਕਾਂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਨਾ ਸ਼ਾਮਲ ਹੈ। ਹਾਲਾਂਕਿ ਇਹਨਾਂ ਕਹਾਣੀਆਂ ਨੂੰ ਅਕਸਰ ਇਤਿਹਾਸਕ ਦੀ ਬਜਾਏ ਪ੍ਰਤੀਕਾਤਮਕ ਮੰਨਿਆ ਜਾਂਦਾ ਹੈ। ਇਹ ਇੱਕ ਸਤਿਕਾਰਯੋਗ ਸੰਤ ਵਜੋਂ ਪੈਟਰਿਕ ਦੀ ਸਥਿਤੀ ਨੂੰ ਰੇਖਾਂਕਿਤ ਕਰਦੀਆਂ ਹਨ। ਬਾਅਦ ਦੇ ਸਾਲ ਅਤੇ ਮੌਤ। ਪੈਟਰਿਕ ਨੇ ਆਪਣੇ ਜੀਵਨ ਦਾ ਪਿਛਲਾ ਹਿੱਸਾ ਪੂਰੀ ਆਇਰਲੈਂਡ ਵਿੱਚ ਯਾਤਰਾ ਕਰਦਿਆਂ ਈਸਾਈ ਵਿਸ਼ਵਾਸ ਨੂੰ ਫੈਲਾਉਣ ਅਤੇ ਚਰਚ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਵਿੱਚ ਬਿਤਾਇਆ। ਉਸ ਦੀ ਮੌਤ 17 ਮਾਰਚ ਲਗਭਗ 461 ਈਸਵੀ ਨੂੰ ਹੋਈ, ਜਿਸ ਨੂੰ ਹੁਣ ਸੇਂਟ ਪੈਟਰਿਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਰਾਸਤ। ਆਇਰਲੈਂਡ ਵਿੱਚ ਸੇਂਟ ਪੈਟਰਿਕ ਦੀ ਵਿਰਾਸਤ ਡੂੰਘੀ ਹੈ। ਉਸ ਨੂੰ ਈਸਾਈ ਧਰਮ ਨੂੰ ਟਾਪੂ ਤੇ ਲਿਆਉਣ ਦਾ ਸਿਹਰਾ ਜਾਂਦਾ ਹੈ ਅਤੇ ਦੇਸ਼ ਦੇ ਸਰਪ੍ਰਸਤ ਸੰਤ ਵਜੋਂ ਸਤਿਕਾਰਿਆ ਜਾਂਦਾ ਹੈ। ਸੇਂਟ ਪੈਟਰਿਕ ਦਿਵਸ ਹਰ ਸਾਲ 17 ਮਾਰਚ ਨੂੰ ਆਇਰਲੈਂਡ ਅਤੇ ਦੁਨੀਆ ਭਰ ਵਿੱਚ ਪਰੇਡਾਂ, ਤਿਉਹਾਰਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਸਮਕਾਲੀ ਰਿਕਾਰਡਾਂ ਦੀ ਘਾਟ ਦੇ ਬਾਵਜੂਦ ਸੇਂਟ ਪੈਟਰਿਕ ਦਾ ਆਇਰਿਸ਼ ਸੱਭਿਆਚਾਰ ਅਤੇ ਈਸਾਈ ਧਰਮ ਤੇ ਪ੍ਰਭਾਵ ਅਸਵੀਕਾਰਨਯੋਗ ਹੈ ਅਤੇ ਉਸ ਦੀ ਵਿਰਾਸਤ ਨੂੰ ਉਸ ਦੀ ਮੌਤ ਤੋਂ ਬਾਅਦ ਸਦੀਆਂ ਬਾਅਦ ਵੀ ਮਨਾਇਆ ਅਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸੇਂਟ ਪੈਟਰਿਕ ਦੀ ਮੂਰਤੀ। ਵਿਗਿਆਨ।
ਕਈ ਸੰਤਾਂ ਦੀ ਤਰ੍ਹਾਂ ਸਦੀਆਂ ਤੋਂ ਵਿਕਸਿਤ ਹੋਈ ਹੈ। ਹਾਲਾਂਕਿ ਕੁਝ ਪਹਿਲੂ ਇਕਸਾਰ ਰਹਿੰਦੇ ਹਨ। ਸਮੇਂ ਦੀ ਮਿਆਦ, ਕਲਾਤਮਕ ਸ਼ੈਲੀ ਅਤੇ ਸੱਭਿਆਚਾਰਕ ਸੰਦਰਭ ਦੇ ਆਧਾਰ ਤੇ ਉਸ ਨੂੰ ਕਿਵੇਂ ਦਰਸਾਇਆ ਗਿਆ ਹੈ, ਇਸ ਵਿੱਚ ਭਿੰਨਤਾਵਾਂ ਹਨ। ਇੱਥੇ ਸੇਂਟ ਪੈਟਰਿਕ ਦੀ ਮੂਰਤੀ, ਵਿਗਿਆਨ ਦੇ ਕੁਝ ਆਮ ਤੱਤ ਹਨ। ਬਿਸ਼ਪ ਦਾ ਪਹਿਰਾਵਾ। ਸੇਂਟ ਪੈਟਰਿਕ ਨੂੰ ਆਮ ਤੌਰ ਤੇ ਪਾਦਰੀਆਂ ਦੇ ਰਵਾਇਤੀ ਪਹਿਰਾਵੇ ਪਹਿਨਣ ਵਾਲੇ ਬਿਸ਼ਪ ਵਜੋਂ ਦਰਸਾਇਆ ਗਿਆ ਹੈ। ਇਸ ਵਿੱਚ ਇੱਕ ਲੰਬਾ ਚੋਗਾ, ਜਿਸ ਨੂੰ ਕੈਸੋਕ ਵਜੋਂ ਜਾਣਿਆ ਜਾਂਦਾ ਹੈ, ਇੱਕ ਟਿਊਨਿਕ, ਇੱਕ ਸਟੋਲ ਜਾਂ ਪੈਲੀਅਮ ਜੋ ਗਰਦਨ ਵਿੱਚ ਪਹਿਨਿਆ ਜਾਂਦਾ ਹੈ, ਅਤੇ ਇੱਕ ਮਾਈਟਰ, ਰੋਮਨ ਕੈਥੋਲਿਕ ਚਰਚ ਵਿੱਚ ਬਿਸ਼ਪਾਂ ਦਾ ਰਸਮੀ ਸਿਰ ਪੇਸ਼ ਸ਼ਾਮਲ ਹੈ। ਪੇਸਟੋਰਲ ਸਟਾਫ। ਬਹੁਤ ਸਾਰੇ ਚਿੱਤਰਾਂ ਵਿੱਚ ਸੇਂਟ ਪੈਟਰਿਕ ਨੂੰ ਇੱਕ ਪੇਸਟੋਰਲ ਸਟਾਫ ਨੂੰ ਫੜਿਆ ਹੋਇਆ ਦਿਖਾਇਆ ਗਿਆ ਹੈ, ਜਿਸ ਨੂੰ ਇੱਕ ਕਰੋਜ਼ੀਅਰ ਵੀ ਕਿਹਾ ਜਾਂਦਾ ਹੈ। ਇਹ ਈਸਾਈ ਝੁੰਡ ਦੇ ਚਰਵਾਹੇ ਵਜੋਂ ਉਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ ਅਤੇ ਆਇਰਲੈਂਡ ਵਿੱਚ ਉਸ ਦੇ ਮਿਸ਼ਨਰੀ ਕੰਮ ਨੂੰ ਦਰਸਾਉਂਦਾ ਹੈ। ਸ਼ੈਮਰੌਕ। ਸੇਂਟ ਪੈਟਰਿਕ ਨਾਲ ਜੁੜੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਪ੍ਰਤੀਕਾਂ ਵਿੱਚੋਂ ਇੱਕ ਸ਼ੈਮਰੌਕ ਹੈ, ਇੱਕ 3 ਪੱਤੀਆਂ ਵਾਲਾ ਕਲੋਵਰ। ਦੰਤਕਥਾ ਹੈ ਕਿ ਸੇਂਟ ਪੈਟਰਿਕ ਨੇ ਆਪਣੇ ਮਿਸ਼ਨਰੀ ਕੰਮ ਦੌਰਾਨ ਆਇਰਿਸ਼ ਲੋਕਾਂ ਨੂੰ ਪਵਿੱਤਰ ਤ੍ਰੇਕ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀ ਧਾਰਨਾ ਦੀ ਵਿਆਖਿਆ ਕਰਨ ਲਈ ਸ਼ੈਮਰੌਕ ਦੀ ਵਰਤੋਂ ਕੀਤੀ ਸੀ। ਸੱਪ। ਹਾਲਾਂਕਿ ਇਹ ਇੱਕ ਆਮ ਗਲਤ ਧਾਰਨਾ ਹੈ ਕਿ ਸੇਂਟ ਪੈਟਰਿਕ ਨੇ ਆਇਰਲੈਂਡ ਤੋਂ ਸੱਪਾਂ ਨੂੰ ਬਾਹਰ ਕੱਢ ਦਿੱਤਾ ਹੈ। ਇਸ ਨਮੂਨੇ ਨੂੰ ਅਕਸਰ ਉਸ ਦੀ ਮੂਰਤੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹ ਮੂਰਤੀਵਾਦ ਅਤੇ ਬੁਰਾਈ ਦੀਆਂ ਤਾਕਤਾਂ ਉੱਤੇ ਉਸ ਦੀ ਜਿੱਤ ਦਾ ਪ੍ਰਤੀਕ ਹੈ। ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਆਇਰਲੈਂਡ ਵਿੱਚ ਸ਼ੁਰੂ ਕਰਨ ਲਈ ਸੱਪ ਨਹੀਂ ਸਨ। ਇਸ ਲਈ ਉਸ ਦੀ ਮੂਰਤੀ, ਵਿਗਿਆਨ ਦਾ ਇਹ ਪਹਿਲੂ ਵੱਡੇ ਪੱਧਰ ਤੇ ਪ੍ਰਤੀਕ ਹੈ। ਕ੍ਰਾਸ। ਸੇਂਟ ਪੈਟਰਿਕ ਨੂੰ ਕਈ ਵਾਰ ਇੱਕ ਕ੍ਰਾਸ ਦੇ ਨੇੜੇ ਜਾਂ ਖੜੇ ਹੋਏ ਦਿਖਾਇਆ ਗਿਆ ਹੈ, ਜੋ ਪੂਰੇ ਆਇਰਲੈਂਡ ਵਿੱਚ ਈਸਾਈ ਧਰਮ ਨੂੰ ਫੈਲਾਉਣ ਵਿੱਚ ਉਸ ਦੀ ਭੂਮਿਕਾ ਦਾ ਪ੍ਰਤੀਕ ਹੈ। ਹਰਾ। ਬਹੁਤ ਸਾਰੇ ਆਧੁਨਿਕ ਚਿੱਤਰਾਂ ਵਿੱਚ ਸੇਂਟ ਪੈਟਰਿਕ ਹਰੇ ਰੰਗ ਨਾਲ ਜੁੜਿਆ ਹੋਇਆ ਹੈ, ਜੋ ਆਇਰਿਸ਼ ਪਛਾਣ ਅਤੇ ਸੱਭਿਆਚਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਹ ਐਸੋਸੀਏਸ਼ਨ ਮੁੱਖ ਤੌਰ ਤੇ ਸੇਂਟ ਪੈਟਰਿਕ ਦਿਵਸ ਦੇ ਜਸ਼ਨ ਦੇ ਕਾਰਨ ਹੈ, ਜਿੱਥੇ ਰੰਗ ਹਰਾ ਪ੍ਰਮੁੱਖ ਰੂਪ ਵਿੱਚ ਪ੍ਰਦਰਸ਼ਿਤ ਹੁੰਦਾ ਹੈ। ਸੇਲਟਿਕ ਕਲਪਨਾ। ਕੁਝ ਪ੍ਰਤਿਨਿਧਤਾਵਾਂ ਵਿੱਚ ਸੇਂਟ ਪੈਟਰਿਕ ਨੂੰ ਸੇਲਟਿਕ ਕਲਾ ਅਤੇ ਡਿਜ਼ਾਈਨ ਦੇ ਤੱਤਾਂ ਨਾਲ ਦਰਸਾਇਆ ਗਿਆ ਹੈ, ਜੋ ਕਿ ਆਇਰਲੈਂਡ ਦੇ ਝੂਠੇ ਕਬੀਲਿਆਂ ਨੂੰ ਬਦਲਣ ਦੇ ਉਸ ਦੇ ਮਿਸ਼ਨ ਅਤੇ ਸਥਾਨਕ ਰੀਤੀ ਰਿਵਾਜਾਂ ਅਤੇ ਪ੍ਰਤੀਕਵਾਦ ਨੂੰ ਈਸਾਈ ਅਭਿਆਸ ਵਿੱਚ ਸ਼ਾਮਲ ਕਰਨ ਦੇ ਉਸ ਦੇ ਯਤਨਾਂ ਨੂੰ ਦਰਸਾਉਂਦਾ ਹੈ। ਟਰਾਈਕੈਟਰਾ। ਸੇਂਟ ਪੈਟਰਿਕ ਨਾਲ ਜੁੜਿਆ ਇੱਕ ਹੋਰ ਪ੍ਰਤੀਕ ਟਰਾਈਕੈਟਰਾ ਹੈ, ਇੱਕ 3 ਪੁਆਇੰਟ ਵਾਲੀ ਗੰਧ ਜਾਂ ਇੰਟਰਲੇਸਡ ਡਿਜ਼ਾਈਨ। ਸ਼ੈਮਰੌਕ ਵਾਂਗ ਤ੍ਰਿਕੇਟਰਾ ਨੂੰ ਕਈ ਵਾਰ ਪਵਿੱਤਰ ਤ੍ਰੇਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਤੱਤ ਆਮ ਤੌਰ ਤੇ ਸੇਂਟ ਪੈਟਰਿਕ ਦੇ ਚਿੱਤਰਾਂ ਵਿੱਚ ਪਾਏ ਜਾਂਦੇ ਹਨ। ਕਲਾਕਾਰਾਂ ਨੇ ਇਤਿਹਾਸ ਦੇ ਵੱਖ-ਵੱਖ ਤਰੀਕਿਆਂ ਨਾਲ ਉਸ ਦੀ ਮੂਰਤੀ, ਵਿਗਿਆਨ ਦੀ ਵਿਆਖਿਆ ਕੀਤੀ ਹੈ। ਨਤੀਜੇ ਵਜੋਂ ਵੱਖ-ਵੱਖ ਸੱਭਿਆਚਾਰਾਂ ਅਤੇ ਕਲਾਤਮਕ ਪਰੰਪਰਾਵਾਂ ਵਿੱਚ ਵਿਭਿੰਨ ਪ੍ਰਸਤੁਤੀਆਂ ਦੀ ਇੱਕ ਵਿਭਿੰਨ ਸ਼੍ਰੇਣੀ ਹੈ। ਸੇਂਟ ਪੈਟਰਿਕ ਕਈ ਚਮਤਕਾਰਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਦੰਤਕਥਾ ਅਤੇ ਲੋਕਧਾਰਾ ਵਿੱਚ ਜੜ੍ਹੀਆਂ ਹਨ, ਅਤੇ ਉਹਨਾਂ ਦੀ ਇਤਿਹਾਸਕ ਸ਼ੁੱਧਤਾ ਤੇ ਬਹਿਸ ਕੀਤੀ ਜਾਂਦੀ ਹੈ। ਇੱਥੇ ਸੇਂਟ ਪੈਟਰਿਕ ਦੇ ਕੁਝ ਸਭ ਤੋਂ ਮਸ਼ਹੂਰ ਚਮਤਕਾਰ ਹਨ। ਆਇਰਲੈਂਡ ਤੋਂ ਸੱਪਾਂ ਨੂੰ ਬਾਹਰ ਕੱਢਣਾ। ਸ਼ਾਇਦ ਸੇਂਟ ਪੈਟਰਿਕ ਬਾਰੇ ਸਭ ਤੋਂ ਮਸ਼ਹੂਰ ਕਥਾ ਇਹ ਹੈ ਕਿ ਉਸਨੇ ਆਇਰਲੈਂਡ ਤੋਂ ਸਾਰੇ ਸੱਪਾਂ ਨੂੰ ਬਾਹਰ ਕੱਢ ਦਿੱਤਾ। ਪਰੰਪਰਾ ਦੇ ਅਨੁਸਾਰ
ਪੈਟਰਿਕ ਇੱਕ ਪਹਾੜੀ ਦੀ ਸਿਖਰ ਤੇ ਚੜ੍ਹਿਆ, ਅਕਸਰ ਕਰੋਗ ਪੈਟਰਿਕ ਵਜੋਂ ਜਾਣਿਆ ਜਾਂਦਾ ਹੈ, ਅਤੇ ਸੱਪਾਂ ਨੂੰ ਸਮੁੰਦਰ ਵਿੱਚ ਭਜਾਉਣ ਲਈ ਇੱਕ ਸਟਾਫ ਦੀ ਵਰਤੋਂ ਕੀਤੀ, ਜਿੱਥੇ ਉਹ ਡੁੱਬ ਗਏ। ਹਾਲਾਂਕਿ ਇਹ ਕਹਾਣੀ ਵਿਆਪਕ ਤੌਰ ਤੇ ਪ੍ਰਸਾਰਿਤ ਕੀਤੀ ਗਈ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਿਛਲੇ ਬਰਫ਼ ਯੁੱਗ ਤੋਂ ਬਾਅਦ ਆਇਰਲੈਂਡ ਵਿੱਚ ਕਦੇ ਸੱਪ ਸਨ। ਇਸ ਚਮਤਕਾਰ ਨੂੰ ਪੈਟਰਿਕ ਦੁਆਰਾ ਟਾਪੂ ਤੋਂ ਮੂਰਤੀਵਾਦ ਜਾਂ ਬੁਰਾਈ ਨੂੰ ਕੱਢਣ ਦਾ ਪ੍ਰਤੀਕ ਬਣਾਉਣਾ ਸੰਭਵ ਹੈ। ਕਿੰਗ ਲਾਓਗੇਅਰ ਦੇ ਨੌਕਰਾਂ ਨੂੰ ਬਦਲਣਾ। ਦੰਤਕਥਾ ਹੈ ਕਿ ਜਦੋਂ ਸੇਂਟ ਪੈਟਰਿਕ ਆਇਰਲੈਂਡ ਪਹੁੰਚੇ ਤਾਂ ਉਸਨੂੰ ਤਾਰਾ ਵਿਖੇ ਉੱਚ ਰਾਜੇ ਲਾਓਗੇਅਰ ਦੇ ਸਾਹਮਣੇ ਲਿਆਂਦਾ ਗਿਆ। ਰਾਜੇ ਦੇ ਸੰਦੇਹ ਦੇ ਬਾਵਜੂਦ ਪੈਟਰਿਕ ਨੇ ਈਸਟਰ ਵਿਜ਼ਲ ਦੌਰਾਨ ਸਲੇਨ ਦੀ ਪਹਾੜੀ ਤੇ ਅੱਗ ਲਗਾ ਕੇ ਇੱਕ ਚਮਤਕਾਰ ਕੀਤਾ। ਇੱਕ ਕਾਨੂੰਨ ਦੇ ਬਾਵਜੂਦ ਰਾਜੇ ਦੇ ਆਪਣੇ ਅੱਗੇ ਕਿਸੇ ਹੋਰ ਅੱਗ ਨੂੰ ਪ੍ਰਕਾਸ਼ਿਤ ਕਰਨ ਦੀ ਮਨਾਹੀ ਦੇ ਬਾਵਜੂਦ, ਇਸ ਐਕਟ ਨੇ ਰਾਜੇ ਅਤੇ ਉਸ ਦੇ ਪੈਰੋਕਾਰਾਂ ਨੂੰ ਪ੍ਰਭਾਵਿਤ ਕੀਤਾ ਅਤੇ ਬਹੁਤ ਸਾਰੇ ਲੋਕਾਂ ਦੇ ਧਰਮ ਪਰਿਵਰਤਨ ਲਈ ਅਗਵਾਈ ਕੀਤੀ। ਮੁਰਦਿਆਂ ਨੂੰ ਉਠਾਉਣਾ। ਅਜਿਹੀਆਂ ਕਹਾਣੀਆਂ ਹਨ ਜੋ ਸੇਂਟ ਪੈਟਰਿਕ ਨੂੰ ਮੁਰਦਿਆਂ ਨੂੰ ਉਠਾਉਣ ਦੀ ਸ਼ਕਤੀ ਦਾ ਕਾਰਨ ਦਿੰਦੀਆਂ ਹਨ। ਅਜਿਹੀ ਹੀ ਇੱਕ ਦੰਤਕਥਾ ਦੱਸਦੀ ਹੈ ਕਿ ਸੇਂਟ ਪੈਟਰਿਕ ਨੇ ਇੱਕ ਨਦੀ ਵਿੱਚ ਡੁੱਬਣ ਤੋਂ ਬਾਅਦ ਸੇਥਰਨਾਚ ਨਾਮ ਦੇ ਇੱਕ ਵਿਅਕਤੀ ਨੂੰ ਦੁਬਾਰਾ ਜੀਵਨ ਵਿੱਚ ਲਿਆਇਆ। ਪੁਨਰ ਉਥਿਤ ਹੋਣ ਤੋਂ ਬਾਅਦ ਸੇਥਰਨਚ ਕਥਿਤ ਤੌਰ ਤੇ ਪੈਟਰਿਕ ਦਾ ਸ਼ਰਧਾਲੂ ਬਣ ਗਿਆ। ਚਮਤਕਾਰੀ ਇਲਾਜ। ਸੇਂਟ ਪੈਟਰਿਕ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੇ ਚਮਤਕਾਰੀ ਇਲਾਜ ਕੀਤੇ ਹਨ। ਇੱਕ ਕਹਾਣੀ ਵਿੱਚ ਉਸਨੇ ਇੱਕ ਸਰਦਾਰ ਦੀ ਧੀ ਨੂੰ ਆਪਣੀਆਂ ਅੱਖਾਂ ਉੱਤੇ ਸਲੀਬ ਦਾ ਨਿਸ਼ਾਨ ਬਣਾ ਕੇ ਅੰਨ੍ਹੇਪਣ ਨੂੰ ਠੀਕ ਕੀਤਾ ਸੀ। ਇੱਕ ਹੋਰ ਵਿੱਚ ਉਸਨੇ ਅਧਰੰਗ ਤੋਂ ਪੀੜਤ ਇੱਕ ਔਰਤ ਨੂੰ ਠੀਕ ਕਰਨ ਬਾਰੇ ਕਿਹਾ ਹੈ। ਦਰੂਡਿਕਲ ਮੈਜਿਕ ਤੇ ਕਾਬੂ ਪਾਉਣਾ। ਦੰਤਕਥਾ ਹੈ ਕਿ ਸੇਂਟ ਪੈਟਰਿਕ ਨੇ ਆਇਰਲੈਂਡ ਦੇ ਮੂਰਤੀ ਪੁਜਾਰੀਆਂ ਦਰੂਡਸ ਨਾਲ ਚਮਤਕਾਰਾਂ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇੱਕ ਕਹਾਣੀ ਵਿੱਚ ਜਦੋਂ ਡਰੂਡਸ ਨੇ ਪੈਟਰਿਕ ਦੇ ਪ੍ਰਚਾਰ ਵਿੱਚ ਵਿਘਨ ਪਾਉਣ ਲਈ ਇੱਕ ਤੂਫਾਨ ਬਣਾਉਣ ਲਈ ਆਪਣੇ ਜਾਦੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਪ੍ਰਾਰਥਨਾ ਕੀਤੀ ਅਤੇ ਤੂਫਾਨ ਨੂੰ ਖਤਮ ਕਰਨ ਦਾ ਕਾਰਨ ਬਣਾਇਆ। ਮੂਰਤੀਗਤ ਅਭਿਆਸਾਂ ਨਾਲੋਂ ਈਸਾਈ ਧਰਮ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ। ਹਜ਼ਾਰਾਂ ਲੋਕਾਂ ਨੂੰ ਧਰਮ ਪਰਿਵਰਤਿਤ ਕਰਨਾ ਅਤੇ ਬਪਤਿਸਮਾ ਦੇਣਾ। ਸੇਂਟ ਪੈਟਰਿਕ ਨੂੰ ਦਿੱਤੇ ਗਏ ਸਭ ਤੋਂ ਵੱਡੇ ਚਮਤਕਾਰਾਂ ਵਿੱਚੋਂ ਇੱਕ ਆਇਰਿਸ਼ ਲੋਕਾਂ ਦਾ ਈਸਾਈ ਧਰਮ ਵਿੱਚ ਸਫਲ ਰੂਪਾਂਤਰਨ ਹੈ। ਕੁਝ ਹਿੱਸਿਆਂ ਤੋਂ ਵਿਰੋਧ ਅਤੇ ਦੁਸ਼ਮਣੀ ਦਾ ਸਾਹਮਣਾ ਕਰਨ ਦੇ ਬਾਵਜੂਦ, ਪੈਟਰਿਕ ਨੇ ਹਜ਼ਾਰਾਂ ਲੋਕਾਂ ਨੂੰ ਬਪਤਿਸਮਾ ਦਿੱਤਾ ਅਤੇ ਪੂਰੇ ਆਇਰਲੈਂਡ ਵਿੱਚ ਚਰਚਾਂ ਅਤੇ ਮਠਾਂ ਦੀ ਸਥਾਪਨਾ ਕੀਤੀ। ਇਹ ਚਮਤਕਾਰ, ਭਾਵੇਂ ਇਤਿਹਾਸਕ ਤੌਰ ਤੇ ਸਹੀ ਹਨ ਜਾਂ ਨਹੀਂ, ਨੇ ਸੇਂਟ ਪੈਟਰਿਕ ਦੀ ਸਥਾਈ ਵਿਰਾਸਤ ਅਤੇ ਆਇਰਲੈਂਡ ਦੇ ਸਰਪ੍ਰਸਤ ਸੰਤ ਵਜੋਂ ਉਸਦੀ ਮਹੱਤਤਾ ਵਿੱਚ ਯੋਗਦਾਨ ਪਾਇਆ ਹੈ। ਉਹ ਉਸਦੀ ਅਧਿਆਤਮਿਕ ਸ਼ਕਤੀ ਅਤੇ ਆਇਰਲੈਂਡ ਵਿੱਚ ਉਸਦੇ ਮਿਸ਼ਨਰੀ ਕੰਮ ਦੇ ਪ੍ਰਭਾਵ ਦੇ ਪ੍ਰਤੀਕ ਵਜੋਂ ਕੰਮ ਕਰਦੇ ਹਨ। ਸੇਂਟ ਪੈਟਰਿਕ ਦੇ ਆਇਰਿਸ਼ ਰੇਡਰਾਂ ਦੁਆਰਾ ਫੜੇ ਜਾਣ ਦੀ ਕਹਾਣੀ ਅਤੇ ਉਸ ਦੇ ਬਾਅਦ ਦੇ ਬਚਣ ਦੀ ਕਹਾਣੀ ਉਸਦੀ ਜੀਵਨੀ ਦੇ ਸਭ ਤੋਂ ਪ੍ਰਭਾਵਸ਼ਾਲੀ ਪਹਿਲੂਆਂ ਵਿੱਚੋਂ ਇੱਕ ਹੈ। ਹਾਲਾਂਕਿ ਵੇਰਵੇ ਵੱਖ-ਵੱਖ ਖਾਤਿਆਂ ਵਿੱਚ ਵੱਖਰੇ ਹੋ ਸਕਦੇ ਹਨ। ਇੱਥੇ ਇਸ ਘਟਨਾ ਦੀ ਇੱਕ ਸੰਖੇਪ ਜਾਣਕਾਰੀ ਹੈ। ਆਇਰਿਸ਼ ਰੇਡਰਾਂ ਦੁਆਰਾ ਕੈਪਚਰ ਸੇਂਟ ਪੈਟਰਿਕ, ਜਿਸਨੂੰ ਉਸ ਸਮੇਂ ਮੇਵਿਨ ਸੁਕੈਟ ਵਜੋਂ ਜਾਣਿਆ ਜਾਂਦਾ ਸੀ, ਦਾ ਜਨਮ 4ਵੀਂ ਸਦੀ ਦੇ ਅਖੀਰ ਜਾਂ 5ਵੀਂ ਸਦੀ ਦੇ ਸ਼ੁਰੂ ਵਿੱਚ ਰੋਮਨ ਬ੍ਰਿਟੇਨ ਵਿੱਚ ਇੱਕ ਈਸਾਈ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਹ ਲਗਭਗ 16 ਸਾਲਾਂ ਦਾ ਸੀ, ਉਸ ਨੂੰ ਆਇਰਿਸ਼ ਹਮਲਾਵਰਾਂ ਨੇ ਫੜ ਲਿਆ ਸੀ। ਕੁਝ ਖਾਤਿਆਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਹਮਲਾਵਰਾਂ ਨੇ ਉਸ ਦੇ ਪਰਿਵਾਰ ਦੀ ਜਾਇਦਾਦ ਤੇ ਹਮਲਾ ਕੀਤਾ ਅਤੇ ਉਸ ਨੂੰ ਕਈ ਹੋਰਾਂ ਨਾਲ ਬੰਦੀ ਬਣਾ ਲਿਆ। ਆਇਰਲੈਂਡ ਵਿੱਚ ਗੁਲਾਮੀ। ਪੈਟਰਿਕ ਨੂੰ ਇੱਕ ਗੁਲਾਮ ਵਜੋਂ ਆਇਰਲੈਂਡ ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਇੱਕ ਸਰਦਾਰ ਜਾਂ ਜ਼ਿਮੀਂਦਾਰ ਨੂੰ ਵੇਚ ਦਿੱਤਾ ਗਿਆ ਅਤੇ ਇੱਕ ਚਰਵਾਹੇ ਵਜੋਂ ਕੰਮ ਕੀਤਾ ਗਿਆ। ਗੁਲਾਮੀ ਦੀ ਇਹ ਮਿਆਦ ਲਗਭਗ 6 ਸਾਲਾਂ ਤੱਕ ਚੱਲੀ, ਜਿਸ ਸਮੇਂ ਦੌਰਾਨ ਪੈਟਰਿਕ ਨੇ ਤੰਗੀ ਅਤੇ ਅਲੱਗ-ਥਲੱਗਤਾ ਦਾ ਸਾਹਮਣਾ ਕੀਤਾ। ਉਸ ਨੇ ਬਾਅਦ ਵਿੱਚ ਇਸ ਸਮੇਂ ਨੂੰ ਅਧਿਆਤਮਿਕ ਜਾਗ੍ਰਿਤੀ ਅਤੇ ਪਰਿਵਰਤਨ ਦਾ ਸਮਾਂ ਦੱਸਿਆ, ਜਿਸ ਦੌਰਾਨ ਉਹ ਸ਼ਾਂਤੀ ਅਤੇ ਤਾਕਤ ਲਈ ਈਸਾਈ ਧਰਮ ਵੱਲ ਮੁੜਿਆ। ਬਚਣਾ। ਪੈਟਰਿਕ ਦੀਆਂ ਆਪਣੀਆਂ ਲਿਖਤਾਂ ਦੇ ਅਨੁਸਾਰ, ਉਸ ਨੂੰ ਪਰਮਾਤਮਾ ਦੁਆਰਾ ਇੱਕ ਦਰਸ਼ਨ ਪ੍ਰਾਪਤ ਹੋਇਆ ਜਿਸ ਵਿੱਚ ਉਸ ਨੂੰ ਗੁਲਾਮੀ ਤੋਂ ਬਚਣ ਅਤੇ ਆਪਣੇ ਵਤਨ ਵਾਪਸ ਜਾਣ ਦੀ ਅਪੀਲ ਕੀਤੀ ਗਈ।
ਇਸ ਬ੍ਰਹਮ ਮਾਰਗਦਰਸ਼ਨ ਨੂੰ ਮੰਨਦੇ ਹੋਏ ਪੈਟਰਿਕ ਨੇ ਆਪਣੇ ਬੰਧਕਾਂ ਤੋਂ ਬਚਣ ਦੀ ਹਿੰਮਤ ਕੀਤੀ। ਉਸ ਦੇ ਬਚਣ ਦੇ ਵੇਰਵੇ ਵੱਖਰੇ ਖਾਤਿਆਂ ਵਿੱਚ ਵੱਖਰੇ ਹਨ। ਕੁਝ ਸੁਝਾਅ ਦਿੰਦੇ ਹਨ ਕਿ ਉਹ ਬ੍ਰਿਟੇਨ ਲਈ ਜਾਣ ਵਾਲੇ ਇੱਕ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਿਆ ਸੀ, ਜਦੋਂ ਕਿ ਦੂਸਰੇ ਪੈਦਲ ਇੱਕ ਖਤਰਨਾਕ ਯਾਤਰਾ ਦਾ ਵਰਣਨ ਕਰਦੇ ਹਨ। ਬ੍ਰਿਟੇਨ ਵਾਪਸ ਪਰਤਣਾ। ਆਪਣੇ ਭੱਜਣ ਤੋਂ ਬਾਅਦ ਪੈਟਰਿਕ ਨੇ ਆਖਰਕਾਰ ਬ੍ਰਿਟੇਨ ਵਾਪਸ ਜਾਣ ਦਾ ਰਸਤਾ ਬਣਾ ਲਿਆ, ਜਿੱਥੇ ਉਹ ਆਪਣੇ ਪਰਿਵਾਰ ਨਾਲ ਦੁਬਾਰਾ ਮਿਲ ਗਿਆ। ਹਾਲਾਂਕਿ ਆਇਰਲੈਂਡ ਵਿੱਚ ਉਸ ਦੇ ਤਜਰਬਿਆਂ ਦਾ ਉਸ ਉੱਤੇ ਡੂੰਘਾ ਪ੍ਰਭਾਵ ਪਿਆ ਅਤੇ ਉਸ ਨੂੰ ਇੱਕ ਮਿਸ਼ਨਰੀ ਵਜੋਂ ਆਇਰਲੈਂਡ ਵਾਪਸ ਜਾਣ ਲਈ ਬੁਲਾਇਆ ਗਿਆ ਮਹਿਸੂਸ ਕਰਨਾ ਸ਼ੁਰੂ ਹੋ ਗਿਆ, ਤਾਂ ਕਿ ਉਹ ਮੂਰਤੀ ਦੇ ਵਸਨੀਕਾਂ ਵਿੱਚ ਈਸਾਈ ਵਿਸ਼ਵਾਸ ਫੈਲਾ ਸਕੇ। ਮਿਸ਼ਨਰੀ ਕੰਮ ਲਈ ਤਿਆਰੀ। ਬਰਤਾਨੀਆ ਵਾਪਸ ਆ ਕੇ ਪੈਟਰਿਕ ਨੇ ਧਾਰਮਿਕ ਅਧਿਐਨ ਸ਼ੁਰੂ ਕੀਤਾ ਅਤੇ ਪਾਦਰੀ ਵਜੋਂ ਦਾਖਲਾ ਲਿਆ। ਹੋ ਸਕਦਾ ਹੈ ਕਿ ਉਸਨੇ ਆਇਰਲੈਂਡ ਦੇ ਆਪਣੇ ਮਿਸ਼ਨ ਤੇ ਜਾਣ ਤੋਂ ਪਹਿਲਾਂ ਗੌਲ, ਅਜੋਕੇ ਫਰਾਂਸ ਵਿੱਚ ਮਠਾਨ ਵਿੱਚ ਅਧਿਐਨ ਕਰਨ ਵਿੱਚ ਸਮਾਂ ਬਿਤਾਇਆ ਹੋਵੇ। ਆਇਰਲੈਂਡ ਵਿੱਚ ਮਿਸ਼ਨਰੀ ਕੰਮ। ਸਾਲ 432 ਈਸਵੀ ਦੇ ਆਸ-ਪਾਸ ਪੈਟਰਿਕ ਇੱਕ ਮਿਸ਼ਨਰੀ ਵਜੋਂ ਆਇਰਲੈਂਡ ਵਾਪਸ ਪਰਤਿਆ, ਜਿਸ ਦਾ ਇਰਾਦਾ ਮੂਰਤੀ ਪੂਜਕ ਆਇਰਿਸ਼ ਨੂੰ ਈਸਾਈ ਧਰਮ ਵਿੱਚ ਤਬਦੀਲ ਕਰਨ ਦਾ ਸੀ। ਆਪਣੀ ਪਿਛਲੀ ਗੁਲਾਮੀ ਤੋਂ ਪੈਦਾ ਹੋਏ ਖਤਰਿਆਂ ਦੇ ਬਾਵਜੂਦ ਪੈਟਰਿਕ ਆਪਣੇ ਬ੍ਰਹਮ ਕਾਲ ਨੂੰ ਪੂਰਾ ਕਰਨ ਅਤੇ ਪੂਰੇ ਟਾਪੂ ਵਿੱਚ ਮਸੀਹ ਦੇ ਸੰਦੇਸ਼ ਨੂੰ ਫੈਲਾਉਣ ਲਈ ਦ੍ਰਿੜ ਸੀ। ਆਇਰਿਸ਼ ਰੇਡਰਾਂ ਦੁਆਰਾ ਸੇਂਟ ਪੈਟਰਿਕ ਦੇ ਫੜੇ ਜਾਣ ਦੀ ਕਹਾਣੀ ਅਤੇ ਉਸ ਦੇ ਬਾਅਦ ਦੇ ਬਚਣ ਦੀ ਕਹਾਣੀ ਉਸ ਦੀ ਕਥਾ ਦਾ ਕੇਂਦਰੀ ਹਿੱਸਾ ਹੈ ਅਤੇ ਆਇਰਲੈਂਡ ਵਿੱਚ ਈਸਾਈ ਧਰਮ ਫੈਲਾਉਣ ਦੇ ਉਸ ਦੇ ਮਿਸ਼ਨ ਪ੍ਰਤੀ ਉਸ ਦੀ ਲਚਕਤਾ, ਵਿਸ਼ਵਾਸ ਅਤੇ ਵਚਨਬੱਧਤਾ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ। ਸੇਂਟ ਪੈਟਰਿਕ ਕਈ ਚਮਤਕਾਰਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਦੰਤਕਥਾ ਅਤੇ ਲੋਕਧਾਰਾ ਵਿੱਚ ਜੜ੍ਹੀਆਂ ਹਨ ਅਤੇ ਉਹਨਾਂ ਦੀ ਇਤਿਹਾਸਕ ਸ਼ੁੱਧਤਾ ਤੇ ਬਹਿਸ ਕੀਤੀ ਜਾਂਦੀ ਹੈ। ਇੱਥੇ ਸੇਂਟ ਪੈਟਰਿਕ ਦੇ ਕੁਝ ਸਭ ਤੋਂ ਮਸ਼ਹੂਰ ਚਮਤਕਾਰ ਹਨ। ਆਇਰਲੈਂਡ ਤੋਂ ਸੱਪਾਂ ਨੂੰ ਬਾਹਰ ਕੱਢਣਾ। ਸ਼ਾਇਦ ਸੇਂਟ ਪੈਟਰਿਕ ਬਾਰੇ ਸਭ ਤੋਂ ਮਸ਼ਹੂਰ ਕਥਾ ਇਹ ਹੈ ਕਿ ਉਸਨੇ ਆਇਰਲੈਂਡ ਤੋਂ ਸਾਰੇ ਸੱਪਾਂ ਨੂੰ ਬਾਹਰ ਕੱਢ ਦਿੱਤਾ। ਪਰੰਪਰਾ ਦੇ ਅਨੁਸਾਰ ਪੈਟਰਿਕ ਇੱਕ ਪਹਾੜੀ ਦੀ ਸਿਖਰ ਤੇ ਚੜ੍ਹਿਆ, ਅਕਸਰ ਕਰੋਗ ਪੈਟਰਿਕ ਵਜੋਂ ਜਾਣਿਆ ਜਾਂਦਾ ਹੈ, ਅਤੇ ਸੱਪਾਂ ਨੂੰ ਸਮੁੰਦਰ ਵਿੱਚ ਭਜਾਉਣ ਲਈ ਇੱਕ ਸਟਾਫ ਦੀ ਵਰਤੋਂ ਕੀਤੀ, ਜਿੱਥੇ ਉਹ ਡੁੱਬ ਗਏ। ਹਾਲਾਂਕਿ ਇਹ ਕਹਾਣੀ ਵਿਆਪਕ ਤੌਰ ਤੇ ਪ੍ਰਸਾਰਿਤ ਕੀਤੀ ਗਈ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਿਛਲੇ ਬਰਫ਼ ਯੁੱਗ ਤੋਂ ਬਾਅਦ ਆਇਰਲੈਂਡ ਵਿੱਚ ਕਦੇ ਸੱਪ ਸਨ। ਇਸ ਚਮਤਕਾਰ ਨੂੰ ਪੈਟਰਿਕ ਦੁਆਰਾ ਟਾਪੂ ਤੋਂ ਮੂਰਤੀਵਾਦ ਜਾਂ ਬੁਰਾਈ ਨੂੰ ਕੱਢਣ ਦਾ ਪ੍ਰਤੀਕ ਬਣਾਉਣਾ ਸੰਭਵ ਹੈ। ਕਿੰਗ ਲਾਓਗੇਅਰ ਦੇ ਨੌਕਰਾਂ ਨੂੰ ਬਦਲਣਾ। ਦੰਤਕਥਾ ਹੈ ਕਿ ਜਦੋਂ ਸੇਂਟ ਪੈਟਰਿਕ ਆਇਰਲੈਂਡ ਪਹੁੰਚੇ ਤਾਂ ਉਸਨੂੰ ਤਾਰਾ ਵਿਖੇ ਉੱਚ ਰਾਜੇ ਲਾਓਗੇਅਰ ਦੇ ਸਾਹਮਣੇ ਲਿਆਂਦਾ ਗਿਆ। ਰਾਜੇ ਦੇ ਸੰਦੇਹ ਦੇ ਬਾਵਜੂਦ ਪੈਟਰਿਕ ਨੇ ਈਸਟਰ ਵਿਜ਼ਲ ਦੌਰਾਨ ਸਲੇਨ ਦੀ ਪਹਾੜੀ ਤੇ ਅੱਗ ਲਗਾ ਕੇ ਇੱਕ ਚਮਤਕਾਰ ਕੀਤਾ। ਇੱਕ ਕਾਨੂੰਨ ਦੇ ਬਾਵਜੂਦ ਰਾਜੇ ਦੇ ਆਪਣੇ ਅੱਗੇ ਕਿਸੇ ਹੋਰ ਅੱਗ ਨੂੰ ਪ੍ਰਕਾਸ਼ਿਤ ਕਰਨ ਦੀ ਮਨਾਹੀ ਦੇ ਬਾਵਜੂਦ, ਇਸ ਐਕਟ ਨੇ ਰਾਜੇ ਅਤੇ ਉਸ ਦੇ ਪੈਰੋਕਾਰਾਂ ਨੂੰ ਪ੍ਰਭਾਵਿਤ ਕੀਤਾ ਅਤੇ ਬਹੁਤ ਸਾਰੇ ਲੋਕਾਂ ਦੇ ਧਰਮ ਪਰਿਵਰਤਨ ਲਈ ਅਗਵਾਈ ਕੀਤੀ। ਮੁਰਦਿਆਂ ਨੂੰ ਉਠਾਉਣਾ। ਅਜਿਹੀਆਂ ਕਹਾਣੀਆਂ ਹਨ ਜੋ ਸੇਂਟ ਪੈਟਰਿਕ ਨੂੰ ਮੁਰਦਿਆਂ ਨੂੰ ਉਠਾਉਣ ਦੀ ਸ਼ਕਤੀ ਦਾ ਕਾਰਨ ਦਿੰਦੀਆਂ ਹਨ। ਅਜਿਹੀ ਹੀ ਇੱਕ ਦੰਤਕਥਾ ਦੱਸਦੀ ਹੈ ਕਿ ਸੇਂਟ ਪੈਟਰਿਕ ਨੇ ਇੱਕ ਨਦੀ ਵਿੱਚ ਡੁੱਬਣ ਤੋਂ ਬਾਅਦ ਸੇਥਰਨਾਚ ਨਾਮ ਦੇ ਇੱਕ ਵਿਅਕਤੀ ਨੂੰ ਦੁਬਾਰਾ ਜੀਵਨ ਵਿੱਚ ਲਿਆਇਆ। ਪੁਨਰ ਉਥਿਤ ਹੋਣ ਤੋਂ ਬਾਅਦ ਸੇਥਰਨਚ ਕਥਿਤ ਤੌਰ ਤੇ ਪੈਟਰਿਕ ਦਾ ਸ਼ਰਧਾਲੂ ਬਣ ਗਿਆ। ਚਮਤਕਾਰੀ ਇਲਾਜ। ਸੇਂਟ ਪੈਟਰਿਕ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੇ ਚਮਤਕਾਰੀ ਇਲਾਜ ਕੀਤੇ ਹਨ। ਇੱਕ ਕਹਾਣੀ ਵਿੱਚ ਉਸਨੇ ਇੱਕ ਸਰਦਾਰ ਦੀ ਧੀ ਨੂੰ ਆਪਣੀਆਂ ਅੱਖਾਂ ਉੱਤੇ ਸਲੀਬ ਦਾ ਨਿਸ਼ਾਨ ਬਣਾ ਕੇ ਅੰਨ੍ਹੇਪਣ ਨੂੰ ਠੀਕ ਕੀਤਾ ਸੀ। ਇੱਕ ਹੋਰ ਵਿੱਚ ਉਸਨੇ ਅਧਰੰਗ ਤੋਂ ਪੀੜਤ ਇੱਕ ਔਰਤ ਨੂੰ ਠੀਕ ਕਰਨ ਬਾਰੇ ਕਿਹਾ ਹੈ। ਦਰੂਡਿਕਲ ਮੈਜਿਕ ਤੇ ਕਾਬੂ ਪਾਉਣਾ। ਦੰਤਕਥਾ ਹੈ ਕਿ ਸੇਂਟ ਪੈਟਰਿਕ ਨੇ ਆਇਰਲੈਂਡ ਦੇ ਮੂਰਤੀ ਪੁਜਾਰੀਆਂ ਡਰੂਡਸ ਨਾਲ ਚਮਤਕਾਰਾਂ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇੱਕ ਕਹਾਣੀ ਵਿੱਚ ਜਦੋਂ ਡਰੂਡਸ ਨੇ ਪੈਟਰਿਕ ਦੇ ਪ੍ਰਚਾਰ ਵਿੱਚ ਵਿਘਨ ਪਾਉਣ ਲਈ ਇੱਕ ਤੂਫਾਨ ਬਣਾਉਣ ਲਈ ਆਪਣੇ ਜਾਦੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਪ੍ਰਾਰਥਨਾ ਕੀਤੀ ਅਤੇ ਤੂਫਾਨ ਨੂੰ ਖਤਮ ਕਰਨ ਦਾ ਕਾਰਨ ਬਣਾਇਆ।
ਮੂਰਤੀਗਤ ਅਭਿਆਸਾਂ ਨਾਲੋਂ ਈਸਾਈ ਧਰਮ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ। ਹਜ਼ਾਰਾਂ ਲੋਕਾਂ ਨੂੰ ਧਰਮ ਪਰਿਵਰਤਿਤ ਕਰਨਾ ਅਤੇ ਬਪਤਿਸਮਾ ਦੇਣਾ। ਸੇਂਟ ਪੈਟਰਿਕ ਨੂੰ ਦਿੱਤੇ ਗਏ ਸਭ ਤੋਂ ਵੱਡੇ ਚਮਤਕਾਰਾਂ ਵਿੱਚੋਂ ਇੱਕ ਆਇਰਿਸ਼ ਲੋਕਾਂ ਦਾ ਈਸਾਈ ਧਰਮ ਵਿੱਚ ਸਫਲ ਰੂਪਾਂਤਰਨ ਹੈ। ਕੁਝ ਹਿੱਸਿਆਂ ਤੋਂ ਵਿਰੋਧ ਅਤੇ ਦੁਸ਼ਮਣੀ ਦਾ ਸਾਹਮਣਾ ਕਰਨ ਦੇ ਬਾਵਜੂਦ ਪੈਟਰਿਕ ਨੇ ਹਜ਼ਾਰਾਂ ਲੋਕਾਂ ਨੂੰ ਬਪਤਿਸਮਾ ਦਿੱਤਾ ਅਤੇ ਪੂਰੇ ਆਇਰਲੈਂਡ ਵਿੱਚ ਚਰਚਾਂ ਅਤੇ ਮਠਾਂ ਦੀ ਸਥਾਪਨਾ ਕੀਤੀ। ਇਹ ਚਮਤਕਾਰ, ਭਾਵੇਂ ਇਤਿਹਾਸਕ ਤੌਰ ਤੇ ਸਹੀ ਹਨ ਜਾਂ ਨਹੀਂ, ਨੇ ਸੇਂਟ ਪੈਟਰਿਕ ਦੀ ਸਥਾਈ ਵਿਰਾਸਤ ਅਤੇ ਆਇਰਲੈਂਡ ਦੇ ਸਰਪ੍ਰਸਤ ਸੰਤ ਵਜੋਂ ਉਸ ਦੀ ਮਹੱਤਤਾ ਵਿੱਚ ਯੋਗਦਾਨ ਪਾਇਆ ਹੈ। ਉਹ ਉਸ ਦੀ ਅਧਿਆਤਮਿਕ ਸ਼ਕਤੀ ਅਤੇ ਆਇਰਲੈਂਡ ਵਿੱਚ ਉਸ ਦੇ ਮਿਸ਼ਨਰੀ ਕੰਮ ਦੇ ਪ੍ਰਭਾਵ ਦੇ ਪ੍ਰਤੀਕ ਵਜੋਂ ਕੰਮ ਕਰਦੇ ਹਨ। ਸੰਤ ਬਣਨ ਦੀ ਪ੍ਰਕਿਰਿਆ, ਜਿਸ ਨੂੰ ਕੈਨੋਨਾਈਜ਼ੇਸ਼ਨ ਵੀ ਕਿਹਾ ਜਾਂਦਾ ਹੈ, ਕੈਥੋਲਿਕ ਚਰਚ ਦੁਆਰਾ ਇੱਕ ਰਸਮੀ ਮਾਨਤਾ ਹੈ ਕਿ ਇੱਕ ਵਿਅਕਤੀ ਬਹਾਦਰੀ ਵਾਲਾ ਜੀਵਨ ਬਤੀਤ ਕਰਦਾ ਹੈ ਅਤੇ ਇੱਕ ਸੰਤ ਦੇ ਰੂਪ ਵਿੱਚ ਸ਼ਰਧਾ ਦੇ ਯੋਗ ਹੈ। ਇੱਥੇ ਸੇਂਟ ਪੈਟਰਿਕ ਵਰਗੇ ਕਿਸੇ ਵਿਅਕਤੀ ਲਈ ਕੈਨੋਨਾਈਜ਼ੇਸ਼ਨ ਪ੍ਰਕਿਰਿਆ ਵਿੱਚ ਸ਼ਾਮਲ ਆਮ ਕਦਮ ਹਨ। ਪਰਮਾਤਮਾ ਦਾ ਸੇਵਕ ਪ੍ਰਕਿਰਿਆ ਦਾ ਪਹਿਲਾ ਕਦਮ ਡਾਇਓਸੀਸਨ ਪੱਧਰ ਤੇ ਸ਼ੁਰੂ ਹੁੰਦਾ ਹੈ, ਜਿੱਥੇ ਇੱਕ ਬਿਸ਼ਪ ਸੰਤ ਬਣਨ ਲਈ ਉਮੀਦਵਾਰ ਦੇ ਜੀਵਨ ਅਤੇ ਗੁਣਾਂ ਦੀ ਜਾਂਚ ਸ਼ੁਰੂ ਕਰ ਸਕਦਾ ਹੈ। ਇਸ ਜਾਂਚ ਵਿੱਚ ਆਮ ਤੌਰ ਤੇ ਵਿਅਕਤੀ ਦੀ ਪਵਿੱਤਰਤਾ ਦੇ ਸਬੂਤ ਇਕੱਠੇ ਕਰਨਾ ਸ਼ਾਮਲ ਹੁੰਦਾ ਹੈ, ਜਿਵੇਂ ਕਿ ਲਿਖਤਾਂ, ਗਵਾਹੀਆਂ ਅਤੇ ਉਹਨਾਂ ਦੀ ਵਿਚੋਲਗੀ ਦੇ ਕਾਰਨ ਕੋਈ ਵੀ ਚਮਤਕਾਰ। ਇੱਕ ਵਾਰ ਜਾਂਚ ਪੂਰੀ ਹੋਣ ਤੋਂ ਬਾਅਦ, ਬਿਸ਼ਪ ਵੈਟੀਕਨ ਨੂੰ ਕੈਨੋਨਾਈਜ਼ੇਸ਼ਨ ਲਈ ਇੱਕ ਕਾਰਨ ਖੋਲ੍ਹਣ ਲਈ ਪਟੀਸ਼ਨ ਦੇ ਸਕਦਾ ਹੈ। ਇਸ ਪੜਾਅ ਤੇ ਉਮੀਦਵਾਰ ਨੂੰ ਰੱਬ ਦਾ ਸੇਵਕ ਕਿਹਾ ਜਾਂਦਾ ਹੈ। ਸਤਿਕਾਰਯੋਗ, ਜੇਕਰ ਵੈਟੀਕਨ ਪਟੀਸ਼ਨ ਨੂੰ ਸਵੀਕਾਰ ਕਰਦਾ ਹੈ ਤਾਂ ਉਮੀਦਵਾਰ ਦਾ ਕਾਰਨ ਅਧਿਕਾਰਤ ਤੌਰ ਤੇ ਖੋਲ੍ਹਿਆ ਜਾਂਦਾ ਹੈ ਅਤੇ ਰੋਮਨ ਕਿਊਰੀਆ ਦੇ ਇੱਕ ਵਿਭਾਗ ਸੰਤਾਂ ਦੇ ਕਾਰਨਾਂ ਲਈ ਕਲੀਸਿਆ ਦੁਆਰਾ ਉਹਨਾਂ ਦੇ ਜੀਵਨ ਅਤੇ ਗੁਣਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਜੇ ਕਲੀਸਿਆ ਇਹ ਨਿਰਧਾਰਤ ਕਰਦੀ ਹੈ ਕਿ ਉਮੀਦਵਾਰ ਨੇ ਬਹਾਦਰੀ ਭਰਿਆ ਜੀਵਨ ਬਤੀਤ ਕੀਤਾ, ਤਾਂ ਉਹਨਾਂ ਨੂੰ ਸਤਿਕਾਰਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ। ਇਸ ਕਦਮ ਲਈ ਚਮਤਕਾਰਾਂ ਦੇ ਸਬੂਤ ਦੀ ਲੋੜ ਨਹੀਂ ਹੈ, ਪਰ ਇਹ ਸਿਰਫ ਉਮੀਦਵਾਰ ਦੀ ਪਵਿੱਤਰਤਾ ਅਤੇ ਨੈਤਿਕ ਚਰਿੱਤਰ ਤੇ ਕੇਂਦਰਿਤ ਹੈ। ਬੀਟੀਫਿਕੇਸ਼ਨ, ਬੀਟੀਫਾਈ ਕਰਨ ਲਈ ਉਮੀਦਵਾਰ ਨੂੰ ਘੱਟੋ-ਘੱਟ ਇੱਕ ਚਮਤਕਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਖਾਸ ਤੌਰ ਤੇ ਇੱਕ ਚਮਤਕਾਰੀ ਇਲਾਜ ਜੋ ਉਮੀਦਵਾਰ ਦੀ ਵਿਚੋਲਗੀ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਹੁੰਦਾ ਹੈ। ਇਸ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਡਾਕਟਰੀ ਮਾਹਰਾਂ ਅਤੇ ਧਰਮ ਸ਼ਾਸਤਰੀਆਂ ਦੁਆਰਾ ਚਮਤਕਾਰ ਦੀ ਸਖਤੀ ਨਾਲ ਜਾਂਚ ਕੀਤੀ ਜਾਂਦੀ ਹੈ, ਅਤੇ ਇਹ ਵਿਗਿਆਨਕ ਵਿਆਖਿਆ ਦੀ ਉਲੰਘਣਾ ਕਰਦਾ ਹੈ। ਜੇ ਚਮਤਕਾਰ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਪੋਪ ਉਮੀਦਵਾਰ ਨੂੰ ਹਰਾਉਣ ਦਾ ਅਧਿਕਾਰ ਦੇ ਸਕਦਾ ਹੈ, ਜਿਸ ਨੂੰ ਫਿਰ ਧਨ ਕਿਹਾ ਜਾਂਦਾ ਹੈ। ਬੀਟੀਫਿਕੇਸ਼ਨ ਕੁਝ ਖੇਤਰਾਂ ਜਾਂ ਧਾਰਮਿਕ ਭਾਈਚਾਰਿਆਂ ਦੇ ਅੰਦਰ ਸੀਮਤ ਪੂਜਾ ਦੀ ਆਗਿਆ ਦਿੰਦਾ ਹੈ। ਕੈਨੋਨਾਈਜ਼ੇਸ਼ਨ ਪ੍ਰਕਿਰਿਆ ਦਾ ਅੰਤਮ ਪੜਾਅ ਕੈਨੋਨਾਈਜ਼ੇਸ਼ਨ ਹੈ, ਜਿਸ ਵਿੱਚ ਉਮੀਦਵਾਰ ਨੂੰ ਰਸਮੀ ਤੌਰ ਤੇ ਪੋਪ ਦੁਆਰਾ ਸੰਤ ਘੋਸ਼ਿਤ ਕੀਤਾ ਜਾਂਦਾ ਹੈ। ਕੈਨੋਨਾਈਜ਼ੇਸ਼ਨ ਲਈ ਘੱਟੋ-ਘੱਟ ਇੱਕ ਵਾਧੂ ਚਮਤਕਾਰ, ਆਮ ਤੌਰ ਤੇ ਮਰਨ ਉਪਰੰਤ ਚਮਤਕਾਰ, ਨੂੰ ਉਮੀਦਵਾਰ ਦੀ ਵਿਚੋਲਗੀ ਦਾ ਕਾਰਨ ਮੰਨਿਆ ਜਾਣਾ ਚਾਹੀਦਾ ਹੈ ਅਤੇ ਪਹਿਲੇ ਚਮਤਕਾਰ ਵਾਂਗ ਹੀ ਸਖਤ ਜਾਂਚ ਤੋਂ ਗੁਜ਼ਰਨਾ ਚਾਹੀਦਾ ਹੈ। ਇੱਕ ਵਾਰ ਜਦੋਂ ਦੂਜਾ ਚਮਤਕਾਰ ਮਨਜ਼ੂਰ ਹੋ ਜਾਂਦਾ ਹੈ, ਤਾਂ ਪੋਪ ਕੈਨੋਨਾਈਜ਼ੇਸ਼ਨ ਦੇ ਨਾਲ ਅੱਗੇ ਵਧ ਸਕਦਾ ਹੈ। ਕੈਨੋਨਾਈਜ਼ੇਸ਼ਨ ਪੂਰੇ ਕੈਥੋਲਿਕ ਚਰਚ ਵਿੱਚ ਸੰਤ ਦੀ ਸਰਵਵਿਆਪਕ ਪੂਜਾ ਦੀ ਆਗਿਆ ਦਿੰਦੀ ਹੈ। ਸੇਂਟ ਪੈਟਰਿਕ ਦੇ ਮਾਮਲੇ ਵਿੱਚ, ਉਸ ਦੀ ਕੈਨੋਨਾਈਜ਼ੇਸ਼ਨ ਸੰਭਾਵਤ ਤੌਰ ਤੇ ਇੱਕ ਹੋਰ ਗੈਰ ਰਸਮੀ ਪ੍ਰਕਿਰਿਆ ਦੁਆਰਾ ਹੋਈ ਸੀ, ਕਿਉਂਕਿ ਰਸਮੀ ਕੈਨੋਨਾਈਜ਼ੇਸ਼ਨ ਪ੍ਰਕਿਰਿਆਵਾਂ ਈਸਾਈ ਧਰਮ ਦੀਆਂ ਸ਼ੁਰੂਆਤੀ ਸਦੀਆਂ ਵਿੱਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਈਆਂ ਸਨ। ਇਸ ਦੀ ਬਜਾਏ, ਪੈਟਰਿਕ ਨੂੰ ਪ੍ਰਸਿੱਧ ਪ੍ਰਸ਼ੰਸਾ ਅਤੇ ਸ਼ਰਧਾ ਦੁਆਰਾ ਇੱਕ ਸੰਤ ਦੇ ਰੂਪ ਵਿੱਚ ਪੂਜਿਆ ਜਾਣ ਲੱਗਾ, ਜਿਸ ਦੇ ਨਾਲ ਉਸ ਦਾ ਪੰਥ ਪੂਰੇ ਆਇਰਲੈਂਡ ਵਿੱਚ ਅਤੇ ਸਮੇਂ ਦੇ ਨਾਲ ਫੈਲ ਗਿਆ। ਆਖਰਕਾਰ, ਉਸ ਨੂੰ ਅਧਿਕਾਰਤ ਤੌਰ ਤੇ ਕੈਥੋਲਿਕ ਚਰਚ ਦੁਆਰਾ ਇੱਕ ਸੰਤ ਵਜੋਂ ਮਾਨਤਾ ਦਿੱਤੀ ਗਈ ਸੀ, ਅਤੇ ਉਸ ਦੇ ਤਿਉਹਾਰ ਦਾ ਦਿਨ 17 ਮਾਰਚ ਦੁਨੀਆ ਭਰ ਦੇ ਕੈਥੋਲਿਕਾਂ ਦੁਆਰਾ ਮਨਾਇਆ ਜਾਂਦਾ ਹੈ।